की गल उदास क्यों है? मैं ਉਹਦੇ ਮੋਢੇ ਤੇ ਹੱਥ ਰੱਖ ਕੇ ਪਿਆਰ ਨਾਲ ਪੁੱਛਿਆ ਤਾਂ ਉਹ ਮੇਰੀ ਗੋਦੀ 'ਚ ਸਿਰ ਦੇ ਕੇ ਰੋ ਪਿਆ। ਮੈਂ ਉਹਦੇ ਸਿਰ ਤੇ ਉਹਦੀ ਪਿੱਠ ਤੇ ਹੱਥ ਫੇਰਦੀ ਨੇ ਉਹਨੂੰ ਦੋਹਾਂ ਬਾਹਾਂ 'ਚ ਘੁੱਟ ਕੇ ਕਿਹਾ, ਤੂੰ ਤਾਂ ਮੇਰੀ ਜਾਨ ਏ ਪਿਆਰੀ ਪਿਆਰੀ। ਉਹਨੇ ਹੋਕਾ ਲੈ ਕੇ ਅੰਗਰੇਜ਼ੀ 'ਚ ਕਿਹਾ, ਮੈਂ ਆਪਣੀ ਜ਼ਿੰਦਗੀ ਗਵਾ ਬੈਠਾ ਹਾਂ। ਉਹਦੀ ਇੰਨੀ ਗੱਲ ਨਾਲ ਮੇਰੀ ਜਾਨ ਸੁੱਤੀ ਗਈ। ਮੌਤ ਬਾਰੇ ਇਹ ਪਹਿਲੀ ਗੱਲ ਸੀ ਜਿਹੜੀ ਉਹਨੇ ਆਪਣੇ ਮੂੰਹੋਂ ਕਹੀ ਸੀ। ਮੈਂ ਉਹਦਾ ਮੱਥਾ ਚੁੰਮ ਕੇ ਅੰਗਰੇਜ਼ੀ 'ਚ ਹੀ ਕਿਹਾ, ਮੇਰਾ ਸਭ ਕੁਝ ਤੈਨੂੰ ਅਰਪਣ ਹੈ ਮੇਰੇ ਪਿਆਰੇ। डर नाल सत्ती दी नींद उड़ गई। वह किन्नी रात तक जागदा रहिंदा। यही गल साडी नींद उड़ाउण लई काफ़ी सी। एक रात 1:30 बजे मैनूं आवाज़ आई, जिवें लग्या सत्ती ने पानी मंगिया होवे। मैं काहल नाल गबला दरवाज़ा खोल के देखिया। सत्ती सराणे च मूँह खबोई मुद्दा पिया सी। उहदे शरीर दा वड्डा हिस्सा रजाई तो बाहर सी। इन्नी ठंड च भी प्यास लग सकती है भला? पता नहीं अंदर की तूफान मचदा होऊगा। सोच के मैं उहदे कोल गई। सराणे बैठ के ਉਹਦੇ ਸਿਰ ਤੇ ਹੱਥ ਫੇਰਦੀ ਨੇ ਪੁੱਛਿਆ, ਕੀ ਗੱਲ ਨੀਂਦ ਨਹੀਂ ਆਉਂਦੀ? ਨਹੀਂ, 2 ਘੰਟੇ ਤੋਂ ਜਾਗ ਰਿਹਾ। ਮੈਂ ਉਸ ਨੂੰ ਕੰਪੋਜ਼ ਦੀ ਗੋਲੀ ਦਿੱਤੀ, ਜਿਹੜੀ ਹੁਣ ਆਨੰਦ ਸਾਹਿਬ ਤੇ ਕਦੇ ਮੈਨੂੰ ਵੀ ਖਾਣ ਦੀ ਆਦਤ ਪੈ ਗਈ ਸੀ। ਭਾਬੀ ਜੀ, ਮੇਰਾ ਸ਼ਰਾਬ ਪੀਣ ਨੂੰ ਦਿਲ ਕਰਦਾ ਹੈ। ਉਹਨੇ ਨਜ਼ਰਾਂ ਚੁੱਕੇ ਬਿਨਾਂ ਹੀ ਹੌਲੀ ਦੇਣੀ ਕਿਹਾ ਕਿ ਉਸਦੇ ਵੀਰ ਜੀ ਨੂੰ ਨਾ ਸੁਣ ਜਾਵੇ। ਅੱਛਾ, ਡਾਕਟਰ ਨੂੰ ਪੁੱਛਾਂਗੇ, ਹੁਣ ਤੂੰ ਸੌਂ ਜਾ। ਆਖ ਕੇ ਮੈਂ ਉਸ 'ਤੇ ਰਜ਼ਾਈ ਦੇ ਕੇ ਆਪਣੇ ਬਿਸਤਰੇ 'ਤੇ ਜਾ ਕੇ ਪਾਸੇ ਮਾਰਨ ਲੱਗੀ। ਸਵੇਰੇ ਕੰਮ ਤੋਂ ਵਿਹਲੀ ਹੋ ਕੇ ਡਾਕਟਰਪੁਰੀ ਦੇ ਗਈ। ਉਹਨਾਂ ਨੇ ਝੱਟ ਕਹਿ ਦਿੱਤਾ, ਉਹ ਜੋ ਕੁਝ ਮੰਗਦਾ ਹੈ ਦਿਓ, ਉਹਦੀ ਆਤਮਾ ਤ੍ਰਿਪਤ ਰੱਖੋ ਤੇ ਸਮਝੋ ਇਹ ਹੋਣੀ ਹੋ ਗਈ। ਚਿੰਤਾ ਤਾਂ ਕੀ ਕੀਜੀਏ, ਡਾਕਟਰਪੁਰੀ ਦਾ ਵਖਿਆਨ ਸਿਰਫ ਦੂਜਿਆਂ ਲਈ ਹੈ। ਇਹ ਸੋਚ ਕੇ ਮੈਂ ਤੇਜ਼ੀ ਨਾਲ ਕਲੀਨਿਕ 'ਚੋਂ ਬਾਹਰ ਆ ਗਈ। ਉਹ ਕੀ ਜਾਣਨ ਵੀ ਨੌਜਵਾਨ ਦੀ ਮੌਤ ਕਿਵੇਂ ਅੰਦਰ ਖੋਰਦੀ ਹੈ, ਕਿਵੇਂ ਮੌਤ ਦਾ ਡਰ ਸਾਡੇ ਘਰ ਦੀ ਇੱਟ ਤੇ ਬਹਿ ਗਿਆ ਸੀ। ਹਰ ਚਿਹਰੇ ਤੇ ਮਾਤਮੀ ਹਾਸ਼ੀਆ ਲੱਗ ਗਿਆ ਸੀ। ਇੱਕ ਪਿਤਾ ਜੀ ਨਹੀਂ ਸਨ ਜਾਣਦੇ, ਪਰ ਸਾਡੇ ਸਭ ਦੇ ਚਿਹਰੇ ਦੇਖ ਕੇ ਉਹ ਵੀ ਡਰੇ ਰਹਿੰਦੇ ਸਨ। ਮੈਂ ਉਹਨਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਕਿਵੇਂ ਦਿੰਦੀ? ਤੂੰ ਉਦਾਸ ਕਿਉਂ ਰਹਿੰਦੀ ਹੈ? ਸੱਤੀ ਦਫ਼ਤਰ ਕਿਉਂ ਨਹੀਂ ਜਾਂਦਾ? ਤੁਸੀਂ ਉਹਨੂੰ ਲੈ ਕੇ ਕਿੱਥੇ ਜਾਂਦੇ ਹੁੰਦੇ ਹੋ? ਇੱਕ ਦਿਨ ਦਿਲ ਕੀਤਾ ਕਿ ਦੱਸ ਦਿਆਂ, ਪਿਤਾ ਜੀ ਤੁਹਾਡੇ ਲਾਡਲੇ ਦੇ ਮਰਨ 'ਚ ਹੁਣ ਥੋੜ੍ਹਾ ਚਿਰ ਬਾਕੀ ਹੈ। ਅਸੀਂ ਉਸ ਨੂੰ ਹਰ ਉਸ ਥਾਂ 'ਤੇ ਲੈ ਕੇ ਜਾਂਦੇ ਹਾਂ ਜਿੱਥੇ ਕੈਂਸਰ ਦੇ ਇਲਾਜ ਦੀ ਗੱਲ ਸੁਣੀਦੀ ਹੈ। ਇੱਕ ਸ਼ਾਮ ਸੱਤੀ ਪੀ ਕੇ ਆਇਆ। ਲੜਖੜਾਉਂਦੇ ਕਦਮਾਂ ਨਾਲ ਉਹ ਚੁੱਪ ਚਪੀਤਾ ਆਪਣੇ ਕਮਰੇ 'ਚ ਵੜਦਾ ਹੋਇਆ ਦੇਲੀਆਂ 'ਚ ਡਿੱਗ ਪਿਆ। ਮੈਂ ਸਹਾਰਾ ਦੇ ਕੇ ਉਠਾਇਆ। ਉਹਨੇ ਮੇਰੇ ਗਲ 'ਚ ਬਾਂਹ ਪਾ ਲਈ ਤੇ ਬਿਸਤਰੇ 'ਤੇ ਡਿੱਗਦੇ ਨੇ ਮੇਰੀ ਚੁੰਨੀ ਖਿੱਚ ਕੇ ਆਪਣੇ ਮੂੰਹ 'ਤੇ ਲਪੇਟ ਲਈ। ਅੱਧੀ ਚੁੰਨੀ ਮੇਰੇ ਸਿਰ 'ਤੇ ਸੀ, ਅੱਧੀ ਉਹਦੇ ਮੂੰਹ 'ਤੇ। ਹੋ ਰੋ ਰਿਹਾ ਸੀ, ਮੌਤ ਦੇ ਡਰ ਤੋਂ ਸ਼ਾਇਦ। ਮੌਤ ਤੋਂ ਉਰੇ ਬੰਦਾ ਆਪਣੀਆਂ ਅਸਫਲ ਕਾਮਨਾਵਾਂ ਬਾਰੇ ਕੀ ਸੋਚਦਾ ਹੈ? ਮੈਂ ਸੋਚ ਕੇ ਡਰ ਗਈ। 1.5 ਘੰਟੇ ਬਾਅਦ ਉਹਦਾ ਵੀਰ ਦੇਖਣ ਗਿਆ ਤਾਂ ਉਲਟੀਆਂ ਕਰ ਰਿਹਾ ਸੀ। ਉਹਦੇ ਵਿੱਚ ਖੂਨ ਦੇ ਧੱਬੇ ਸਨ, ਜਿਹੜੇ ਮੈਂ ਆਨੰਦ ਸਾਹਿਬ ਦੀ ਨਜ਼ਰ ਤੋਂ ਬਚਾ ਕੇ ਛੇਤੀ ਦੇਣੇ ਪਹੁੰਚ ਦਿੱਤੇ। ਅਗਲੀ ਸਵੇਰ ਐਤਵਾਰ ਸੀ। ਅਸੀਂ ਹਮੇਸ਼ਾ ਵਾਂਗ ਹਵਨ ਕਰਨ ਲੱਗੇ ਤਾਂ ਸੱਤੀ ਦਾ ਦਿਲ ਨਹੀਂ ਸੀ ਜੰਮ ਰਿਹਾ। ਅੱਗੇ ਉਹ ਬੜੀ ਸ਼ਰਧਾ ਨਾਲ ਬੈਠਦਾ ਸੀ, ਸ਼ਾਮ ਨੂੰ ਸੰਧਿਆ ਵੀ ਕਰਦਾ ਸੀ, ਆਚਮਨ ਕਰਦਾ ਸੀ। ਉਹਦਾ ਵੀਰ ਤੇ ਮੈਂ ਬੜੇ ਦਿਲ ਨਾਲ ਮੰਤਰ ਬੋਲਦੇ ਸੀ, ਜਿਵੇਂ ਸ਼ਰਧਾ ਸ਼ਤਮ। ਪਿਤਾ ਜੀ ਪਿੱਲਰ ਦੇ ਸਹਾਰੇ ਬੈਠੇ ਸਿਰਫ ਸੁਣਦੇ ਸੀ। ਸੱਤੀ ਨੇ ਵੇਦਲੀ ਨਾਲ ਹਵਨ ਕੁੰਡ 'ਚ ਅਗਨੀ ਪ੍ਰਚੰਡ ਕੀਤੀ ਤੇ ਹਰ ਮੰਤਰ ਬਾਅਦ ਸੁਆਹਾ ਕਹਿ ਕੇ ਆਹੂਤੀ ਪਾਉਂਦਾ ਰੁਕਿਆ ਤੇ ਪਛਾਂ ਹਟ ਕੇ ਕੰਨ ਦਾ ਸਹਾਰਾ ਲੈ ਕੇ ਬਹਿ ਗਿਆ ਤੇ ਅੱਖਾਂ ਵਿੱਚ ਲਈਆਂ। ਸ਼ਾਮ ਨੂੰ ਉਹ ਫਿਲਮ ਦੇਖ ਕੇ ਆਇਆ। ਜ਼ਰਾ ਕੋ ਬੈਠ ਕੇ ਦਵਾ ਖਾ ਕੇ ਬਾਹਰ ਜਾਣ ਲੱਗਾ। ਮੈਂ ਰੋਕ ਲਿਆ। ਅਲਮਾਰੀ 'ਚੋਂ ਅੰਗਰੇਜ਼ੀ ਸ਼ਰਾਬ ਦਾ ਕੁਆਟਰ ਕੱਢ ਕੇ ਮੇਜ਼ 'ਤੇ ਰੱਖ ਦਿੱਤਾ। ਉਹ ਮੁਸਕਰਾ ਪਿਆ। ਮੈਂ ਕਿਹਾ, ਪੀ ਲੈ, ਪਰ ਘਰ ਬਹਿ ਕੇ। ਤਾਇਆ ਜੀ ਦੇ ਘਰ ਨਹੀਂ ਜਾਣਾ, ਪਤਾ ਨਹੀਂ ਕੀ ਖੇ ਸੁਆ ਖਾ ਕੇ ਆਉਣਾ। ਸੱਚੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਹ ਸ਼ਰੀਕਾਂ ਦੇ ਘਰ ਖਾਵੇ ਪੀਵੇ, ਉਹਨਾਂ ਦੇ ਲਫੈਂਡ ਮੁੰਡਿਆਂ ਨਾਲ ਸ਼ਰਾਬ ਪੀਵੇ, ਬਾਅਦ 'ਚ ਮਿਹਣੇ ਮੈਨੂੰ ਸੁਣਨੇ। ਉਹਨਾਂ ਦੀ ਨੌਂ ਸੰਤੋਸ਼ ਦੀ ਜ਼ੁਬਾਨ ਗੱਜ ਭਰਦੀ ਹੈ, ਨਾਲੇ ਉਹ ਵੀ ਉਸਦਾ ਚਾਲ ਚੱਲਣ ਠੀਕ ਨਹੀਂ। ਪਤਾ ਨਹੀਂ ਕਿਹਨੂੰ ਚੁਬਾਰੇ 'ਚ ਲਈ ਬੈਠੀ ਰਹਿੰਦੀ ਹੈ। ਮੈਂ ਰਸੋਈ ਦਾ ਕੰਮ ਮੁਕਾ ਕੇ ਅੱਜ ਤਾਂ ਉਹ ਸਾਰੀ ਖਤਮ ਕਰੀ ਬੈਠਾ ਸੀ। ਉਸਨੇ ਪੁੱਛਿਆ, ਭਾਬੀ ਜੀ, ਵੀਰ ਜੀ ਕਿੰਨੇ ਵਜੇ ਆਉਣਗੇ? ਸ਼ਾਇਦ ਸਵੇਰ ਨੂੰ ਆਉਣ। ਰਾਹ 'ਚ ਉਹਨਾਂ ਨੇ ਅੰਬਾਲੇ ਵੀ ਜਾਣਾ ਹੈ, ਮਾਸੀ ਜੀ ਕੋਲ। ਹੋਰ ਵੀ ਹੈ? ਉਹਨੇ ਨਜ਼ਰ ਗਲਾਸ ਵੱਲ ਕਰਕੇ ਸੰਗਦਿਆਂ ਪੁੱਛਿਆ। ਦਿਲ ਕੀਤਾ ਜਵਾਬ ਦੇ ਦਿਆਂ, ਬਹੁਤੀ ਨੁਕਸਾਨ ਹੀ ਕਰੇਗੀ। ਫਿਰ ਖਿਆਲ ਆਇਆ, ਹੁਣ 2.5-2 ਮਹੀਨਿਆਂ 'ਚ ਕੀ ਹੋਣਾ ਹੈ, ਪਰ ਦੇਣੀ ਨਹੀਂ। ਮੈਂ ਹੱਸਦਿਆਂ ਕਿਹਾ। ਉਹ ਨਿਰਾਸ਼ ਹੋ ਗਿਆ ਤਾਂ ਮੈਨੂੰ ਇੱਕਦਮ ਉਸ 'ਤੇ ਪਿਆਰ ਆ ਗਿਆ। ਮਰਨ ਵਾਲੇ ਅੱਗੇ ਝੂਠ ਬੋਲਣਾ, ਧੋਖਾ ਦੇਣਾ ਮੈਨੂੰ ਪਾਪ ਜਿਹਾ ਲੱਗਿਆ। ਉਹਦੇ ਮੱਥੇ ਉੱਤੇ ਭਰਵੱਟਿਆਂ ਵਿਚਕਾਰਲੇ ਲੋਈ ਵਾਲੇ ਹਿੱਸੇ 'ਤੇ ਵਲ ਪੈ ਗਏ ਸਨ। ਮੈਂ ਉੱਠ ਕੇ ਅਲਮਾਰੀ ਖੋਲ੍ਹ ਲਈ। ਉਹ ਮੇਰੇ ਨਾਲ ਆ ਖੜਾ ਹੋਇਆ। ਉਸ ਦਾ ਸਾਹ ਤੇਜ਼ ਚੱਲ ਰਿਹਾ ਸੀ। ਮੈਂ ਉਹਨੂੰ ਉਹ ਵੀ ਦੇ ਦਿੱਤੀ ਜਿਹੜੀ ਕੁਆਟਰ 'ਚੋਂ ਕੱਢ ਕੇ ਰੱਖੀ ਹੋਈ ਸੀ। ਉਹਨੇ ਸ਼ੀਸ਼ੀ ਫੜ ਕੇ ਮੇਰੇ ਮੋਢੇ ਨੂੰ ਚੁੰਮ ਕੇ ਰਸਮੀ ਜਿਹਾ ਧੰਨਵਾਦ ਕੀਤਾ। ਸ਼ਾਇਦ ਕੁਝ ਹੋਰ ਵੀ ਕਿਹਾ ਸੀ, ਪਰ ਮੈਨੂੰ ਉਹ ਸੁਣਿਆ ਨਹੀਂ।
ਮੇਰੇ ਸਰੀਰ 'ਚ ਲਹਿਰ ਜਿਹੀ ਕੰਬਦੀ ਨਿਕਲ ਗਈ ਸੀ। ਮੈਂ ਸਾਹਮਣੀ ਕੁਰਸੀ ਤੇ ਬੈਠ ਗਈ, ਉਹਨੂੰ ਦੇਖਦੀ ਰਹੀ। ਉਹਨੇ ਦੂਜਾ ਗਲਾਸ ਕੋਲ ਰੱਖ ਕੇ ਉਹਦੇ ਵਿੱਚ ਵੀ ਪਾ ਦਿੱਤੀ। ਪਤਾ ਨਹੀਂ ਉਹਨੂੰ ਮੇਰੇ ਦਿਲ ਦੀ ਗੱਲ ਦਾ ਕਿਵੇਂ ਪਤਾ ਲੱਗ ਗਿਆ। ਬੰਦਾ ਜਿਉਂ-ਜਿਉਂ ਮੌਤ ਦੇ ਨੇੜੇ ਜਾਂਦਾ ਹੈ, ਉਹਦੀ 6ਵੀਂ ਗਿਆਨ ਇੰਦਰੀ ਤੇਜ਼ ਹੋ ਜਾਂਦੀ ਹੈ। ਸ਼ਾਇਦ ਮੇਰੇ ਨਾਂ ਨਾ ਕਹਿੰਦਿਆਂ ਉਹਨੇ ਮੈਨੂੰ ਬਾਂਹ 'ਚ ਕੱਸ ਕੇ ਦਵਾ ਵਾਂਗੂ ਉਹ ਸਖਤ ਕੌੜੀ ਚੀਜ਼ ਪਿਲਾ ਦਿੱਤੀ। ਜ਼ਿੰਦਗੀ 'ਚ 2 ਵਾਰ ਅੱਗੇ ਵੀ ਮੈਂ ਇਹ ਪੀਤੀ ਸੀ। ਇੱਕ ਵਾਰ ਕੁਆਰੀ ਹੁੰਦੀ ਨੇ ਸਹੇਲੀ ਦੇ ਘਰ, ਉਦੋਂ ਤਾਂ ਕੁਝ ਪਤਾ ਹੀ ਨਹੀਂ ਲੱਗਾ ਸੀ, ਤੇ ਦੂਜੀ ਵਾਰ ਆਨੰਦ ਸਾਹਿਬ ਨਾਲ ਮਿਲ ਕੇ ਕਾਫੀ ਪੀ ਲਈ ਸੀ। ਚੰਗੀ ਖਾਸੀ ਚੜ੍ਹ ਗਈ ਸੀ। ਬੜੇ ਕੌੜੇ ਮਿੱਠੇ ਤਜਰਬੇ ਹੋਏ ਸਨ। ਪਰ ਸਵੇਰੇ ਉੱਠ ਕੇ ਮੇਰੀ ਤਬੀਅਤ ਇੰਨੀ ਖਰਾਬ ਸੀ ਕਿ ਮੂੰਹ ਲਾਉਣ ਤੋਂ ਡਰਦੀ ਰਹੀ। ਪਰ ਉਸ ਦਿਨ ਪਿਆਰੇ ਸੱਤੀ ਦਾ ਕਹਿਣਾ ਨਾ ਮੋੜ ਹੋਇਆ। ਇੱਕਨ ਲੱਗਦਾ ਸੀ ਵੀ ਮੈਂ ਉਹਦੀ ਕੋਈ ਵੀ ਗੱਲ ਮੋੜਨ ਜੋਗੀ ਨਹੀਂ ਰਹੀ। ਉਹ ਕਹਿ ਕੇ ਤਾਂ ਦੇਖੇ। ਮੈਂ ਰੋਟੀ ਪਾ ਕੇ ਲਿਆਈ ਤਾਂ ਉਹਦੇ ਹੱਥ ਬੁਰਕੀ ਤੋੜ ਕੇ ਮੂੰਹ 'ਚ ਪਾਉਂਦੇ ਗਲਤੀਆਂ ਕਰ ਰਹੇ ਸਨ। ਅਸਲ 'ਚ ਬੁਰਕੀ ਤੋੜਦਿਆਂ, ਸਬਜ਼ੀ ਲਾਉਂਦਿਆਂ ਉਹਦੀ ਨਜ਼ਰ ਮੇਰੇ ਤੇ ਰਹਿੰਦੀ ਸੀ। ਉਹਨੇ ਖਾਣਾ ਬੰਦ ਕਰ ਦਿੱਤਾ। ਚੀਕਵੀਂ ਆਵਾਜ਼ 'ਚ ਭਾਬੀ ਜੀ ਕਹਿ ਕੇ ਮੇਜ਼ ਤੇ ਬਾਹਾਂ ਉੱਤੇ ਮੂੰਹ ਰੱਖ ਕੇ ਬਹਿ ਗਿਆ। ਮੈਂ ਉਹਦੇ ਸਿਰ ਤੇ ਹੱਥ ਫੇਰਦਿਆਂ ਪਿਆਰ ਨਾਲ ਕਿਹਾ, ਉੱਠ, ਚੱਲ ਪੈ ਜਾ। ਉਹਨੇ ਚਿਹਰਾ ਤਾਂ ਚੁੱਕਿਆ ਤਾਂ ਲਾਲ ਭੰਬੂਕਾ ਹੋਇਆ ਪਿਆ ਸੀ। ਅੱਖਾਂ ਵੀ ਸੁਰਖ ਸਨ। ਮੈਂ ਸਮਝ ਗਈ ਕਿ ਉਹ ਕੀ ਚਾਹੁੰਦਾ ਸੀ। ਮੇਰਾ ਦਿਮਾਗ ਸੁੰਨ ਹੁੰਦਾ ਜਾਂਦਾ ਸੀ। ਮੈਂ ਸੋਚ ਰਹੀ ਸੀ ਕਿ ਹਿੰਦੂ ਧਰਮ ਉਸ ਆਤਮਾ ਬਾਰੇ ਕੀ ਕਹਿੰਦਾ ਹੈ ਜਿਹੜੀ ਇਸਤਰੀ ਪ੍ਰੇਮ ਲਈ ਭਟਕਦੀ ਸਰੀਰ ਛੱਡ ਜਾਵੇ। ਮੈਂ ਉਹਨੂੰ ਸਹਾਰਾ ਦੇ ਕੇ ਉਠਾ ਕੇ ਉਹਦੇ ਮੰਜੇ ਤੱਕ ਲੈ ਗਈ। ਮੈਨੂੰ ਲੱਗਾ ਮੇਰੇ ਪੈਰ ਵੀ ਠੀਕ ਤਰ੍ਹਾਂ ਨਹੀਂ ਸਨ ਟਿਕ ਰਹੇ। ਰਜਾਈ ਉੱਤੇ ਦੇ ਕੇ ਮੈਂ ਪਰੇ ਹੋਣ ਲੱਗੀ ਤਾਂ ਉਹਨੇ ਮੇਰੀ ਸਾੜੀ ਫੜ ਲਈ। ਕਹਿੰਦਾ, ਭਾਬੀ ਜੀ ਮੈਨੂੰ ਇੱਕ ਵਾਰ ਨਿਰਮਲ ਮਿਲਾ ਦਿਓ। ਮੇਰੇ ਅੰਦਰੋਂ ਹੋਕ ਨਿਕਲ ਗਈ। ਮੈਂ ਕਿੱਥੋਂ ਲਿਆਵਾਂ ਮੇਰੀ ਜਾਨ ਤੈਨੂੰ ਨਿਰਮਲ? ਉਹ ਤਾਂ ਇੱਕ ਵਾਰ ਤੈਨੂੰ ਦੇਖਣ ਵੀ ਨਹੀਂ ਆਈ। ਬੇਵਸ ਦਿਲ ਤੇ ਬੋਝ ਲੈ ਕੇ ਮੈਂ ਉਹਦੇ ਮੰਜੇ ਤੇ ਬਹਿ ਗਈ। ਉਹਨੂੰ ਚੁੰਮਿਆ ਤੇ ਪਿਆਰ ਨਾਲ ਉਹਦਾ ਸਿਰ ਚੁੱਕ ਕੇ ਆਪਣੀ ਗੋਦੀ 'ਚ ਰੱਖ ਲਿਆ। ਉਹਨੇ ਬੇਬਸੀ 'ਚ ਬਾਹਾਂ ਉਲਾਰੀਆਂ ਤੇ ਮੈਨੂੰ ਬਾਹਾਂ ਦੀ ਸਖਤ ਪਕੜ 'ਚ ਲੈ ਲਿਆ, ਜਿਵੇਂ ਡਰਿਆ ਬੱਚਾ ਆਪਣੀ ਮਾਂ ਨੂੰ ਚੰਬੜ ਜਾਂਦਾ ਹੈ। ਮੈਂ ਇੱਕ ਵਾਰ ਤਾਂ ਜੜ ਹੋ ਗਈ। ਫਿਰ ਨਾ ਉਹਨੂੰ ਪਤਾ ਰਿਹਾ ਨਾ ਮੈਨੂੰ ਕਿ ਅਸੀਂ ਕੌਣ ਸੀ। ਮੈਂ ਉਹਦੀ ਭਾਬੀ ਸੀ, ਭੈਣ ਸੀ, ਮਾਂ ਸੀ ਜਾਂ ਫਿਰ ਪਤਨੀ। ਮੇਰੇ ਸਾਹਮਣੇ ਉਹਦਾ ਦਮਕਦਾ ਮੱਥਾ, ਕਣੇ ਪਰਵੱਟਿਆਂ ਤੇ ਪਤਲੇ ਬੁੱਲ੍ਹਾਂ ਵਾਲਾ ਚਿਹਰਾ ਸੀ, ਜਾਂ ਚਿਹਰਾ ਵੀ ਨਹੀਂ, ਕੇਵਲ ਸਰੀਰ ਸੀ, ਅਗਨੀ 'ਚ ਤਪੇ ਲਾਲ ਲੋਹੇ ਵਰਗਾ। ਜਾਂ ਕੇਵਲ ਆਤਮਾ ਸੀ, ਨਿਰਛਲ, ਨਿਰਵਕਾਰ ਤੇ ਹੋਰ ਪਤਾ ਨਹੀਂ ਕੀ ਨਿਰਨਿਰ, ਜਿਸ ਤੇ ਕੋਈ ਭੇਸ ਨਹੀਂ ਸੀ, ਆਵਰਨ ਨਹੀਂ ਸੀ। ਆਤਮਾਵਾਂ ਨਗਨ ਸਨ। ਕੱਪੜੇ ਤਾਂ ਸਰੀਰ ਤੇ ਸੀ, ਬਸ ਹਵਨ ਹੋ ਰਿਹਾ ਸੀ, ਆਹੂਤੀ ਪੈ ਰਹੀ ਸੀ। ਹਰ ਆਹੂਤੀ ਤੇ ਅਗਨੀ ਪ੍ਰਚੰਡ ਹੁੰਦੀ ਸੀ। ਸੁਆਹਾ ਸੁਆਹਾ ਦੀ ਧੁਨੀ ਉੱਠ ਰਹੀ ਸੀ। ਸ਼ਾਂਤੀ ਪਾਠ ਹੋਇਆ ਤਾਂ ਉਹ ਥੱਕਿਆ ਚੂਰ ਜਿਹਾ ਸੌਣ ਲੱਗਾ। ਮੈਂ ਉਹਦੇ ਨਾਲ ਪਈ ਉਹਦੇ ਮਾਸੂਮ ਚਿਹਰੇ ਵੱਲ ਦੇਖਦੀ ਰਹੀ। ਮੈਨੂੰ ਤਦ ਯਾਦ ਆਇਆ ਉਹਦੇ ਨਕਸ਼ ਉਸ ਮੁੰਡੇ ਨਾਲ ਰਲਦੇ ਮਿਲਦੇ ਸੀ ਜਿਹਨੂੰ ਮੈਂ ਇੱਕ ਵਾਰ ਦੇਖਣ ਲਈ ਕਿੰਨਾ ਚਿਰ ਕੋਠੇ ਤੇ ਖੜੀ ਰਹਿੰਦੀ ਸੀ। ਮੈਂ ਉੱਠ ਕੇ ਉਹਨੂੰ ਭਰਵੱਟਿਆਂ ਦੇ ਵਿਚਕਾਰੋਂ ਚੁੰਮਿਆ ਤੇ ਰਜ਼ਾਈ ਦੇ ਕੇ ਆਪਣੇ ਪਲੰਘ ਤੇ ਆ ਗਈ। ਸੋਚਦੀ ਰਹੀ, ਅਸੀਂ ਕੀ ਕੀਤਾ ਹੈ? ਕੀ ਅਸੀਂ ਧਰਮ ਦੀ ਨਜ਼ਰ 'ਚ ਪੱਤ ਭ੍ਰਿਸ਼ਟ ਹੋ ਗਏ ਹਾਂ? ਨਰਕ ਦੇ ਭਾਗੀ ਬਣ ਗਏ ਹਾਂ? ਮੈਨੂੰ ਲੱਗਿਆ ਮੈਂ ਧਰਮ ਗ੍ਰੰਥਾਂ 'ਚ ਜੋ ਕੁਝ ਪੜ੍ਹਿਆ ਉਹ ਝੂਠ ਹੈ। ਸੱਚ ਉਹ ਹੈ ਜੋ ਪਰਿਸਥਿਤੀਆਂ ਸਾਨੂੰ ਦਿੰਦੀਆਂ ਹਨ, ਜਿਨ੍ਹਾਂ 'ਚ ਬ੍ਰਹਮ ਹੱਤਿਆ ਵੀ ਪਾਪ ਨਹੀਂ ਹੋ ਸਕਦੀ। ਸਵੇਰੇ ਐਤਵਾਰ ਸੀ। ਆਨੰਦ ਸਾਹਿਬ 7 ਵਜੇ ਹੀ ਆ ਗਏ। ਸ਼ਾਇਦ ਉਹ ਹਰ ਐਤਵਾਰ ਨੂੰ ਹਵਨ ਕਰਨ ਦੇ ਨਿਯਮ ਨੂੰ ਤੋੜਨਾ ਨਹੀਂ ਸਨ ਚਾਹੁੰਦੇ। ਇਹਦੇ ਨਾਲ ਹੀ ਉਹਨਾਂ ਦਾ ਕੋਈ ਵਹਿਮ ਜੁੜਿਆ ਹੋਵੇਗਾ। ਮੈਂ ਸੱਤੀ ਨੂੰ ਜਗਾਇਆ ਕਿ ਉਹ ਨਹਾ ਲਵੇ। ਹਵਨ ਕੁੰਡ ਦੁਆਲੇ ਆਨੰਦ ਸਾਹਿਬ ਮੇਰੇ ਸੱਜੇ ਹੱਥ ਬੈਠੇ ਸਨ ਤੇ ਸੱਤੀ ਖੱਬੇ। ਸਾਹਮਣੇ ਪਿਤਾ ਜੀ ਬੈਠੇ ਸਨ, ਪਿੱਲਰ ਦਾ ਸਹਾਰਾ ਲੈ ਕੇ। ਹਵਨ ਕੁੰਡ ਦੇ ਦੁਆਲੇ ਚਾਰੇ ਦਿਸ਼ਾਵਾਂ 'ਚ ਪਾਣੀ ਪਾ ਕੇ ਸਰੀਰ ਦੇ ਸਾਰੇ ਅੰਗਾਂ ਲਈ ਬਲ ਦੀ ਪ੍ਰਾਰਥਨਾ ਕਰਕੇ ਮੈਂ ਚੂੜੀ 'ਚੋਂ ਪਾਣੀ ਦੇ ਕਤਰੇ ਆਪਣੇ ਉੱਤੇ ਸੁੱਟਣ ਦੇ ਨਾਲ ਸੱਤੀ ਉੱਤੇ ਵੀ ਸੁੱਟ ਦਿੱਤੇ। ਤਦੇ ਮੈਨੂੰ ਲੱਗਿਆ ਅਸੀਂ ਕਿੰਨੀਆਂ ਆਸਾਂ ਲਾਉਂਦੇ ਹਾਂ ਅੰਗਾਂ ਦੇ ਬਲਵਾਨ ਹੋਣ ਦੀਆਂ, 100 ਵਰ੍ਹੇ ਜਿਉਣ ਦੀਆਂ। ਸੱਤੀ ਦੇ ਤਾਂ ਹੁਣ 30 ਦਿਨ ਵੀ ਬਾਕੀ ਨਹੀਂ ਰਹੇ। ਦੂਜੇ ਕਮਰੇ 'ਚ ਜਾ ਕੇ ਮੈਂ ਆਨੰਦ ਸਾਹਿਬ ਨੂੰ ਪੁੱਛਿਆ, ਕੁਰੂਕਸ਼ੇਤਰ ਵਾਲੇ ਵੈਦ ਨੇ ਕੀ ਕਿਹਾ? ਕੀ ਕਹਿਣਾ ਸੀ? ਕਹਿੰਦਾ ਬਿਮਾਰੀ ਪੱਕ ਚੁੱਕੀ ਹੈ, ਦਵਾਈ ਲੈ ਜਾਣੀ ਹੈ ਤਾਂ ਲੈ ਜਾਓ, ਨਹੀਂ ਤਾਂ ਨਾ ਸਹੀ। ਮੈਂ 15 ਦਿਨਾਂ ਦੀ ਲੈ ਆਇਆ ਹਾਂ। ਵਰਾਂਡੇ 'ਚ ਹਵਨ ਕੁੰਡ 'ਚੋਂ ਲਾਟਾਂ ਉੱਠ ਰਹੀਆਂ ਸਨ। ਪਿਤਾ ਜੀ ਪਿੱਲਰ ਦੇ ਸਹਾਰੇ ਬੈਠੇ ਸੀ। ਉਹਨਾਂ ਦੀ ਨਜ਼ਰ ਕਦੇ ਸੱਤੀ ਵੱਲ ਜਾਂਦੀ, ਕਦੇ ਅਗਨੀ ਵੱਲ ਤੇ ਕਦੇ ਅਸਮਾਨ ਵੱਲ। ਮੇਰਾ ਔਖਾ ਜਿਹਾ ਸਾਹ ਨਿਕਲਿਆ ਤਾਂ ਆਨੰਦ ਸਾਹਿਬ ਨੇ ਪੁੱਛਿਆ, ਕਿਉਂ ਨਾ PGI ਚੰਡੀਗੜ੍ਹ ਲੈ ਚਲੀਏ? ਇੱਕ ਨਵਾਂ ਇਲਾਜ ਹੋਣ ਲੱਗਿਆ ਹੈ ਉੱਥੇ। ਪੜਤੇ ਝਰੀਟਾਂ ਪਾ ਕੇ ਦਵਾਈ ਪੇਂਟ ਕਰ ਦਿੰਦੇ ਨੇ। 1 ਹਫ਼ਤਾ ਉਹਦਾ ਅਸਰ ਦੇਖਦੇ ਆ। ਨਾਲੇ ਕਹਿੰਦੇ ਨੇ ਬਿਜਲੀ ਵੀ ਲਾਉਂਦੇ ਨੇ। ਕਿੰਨੇ ਕੁ ਰੁਪਏ ਬਚੇ ਨੇ? ਬਥੇਰੇ ਨੇ, ਜਿਵੇਂ ਤੁਹਾਡੀ ਮਰਜ਼ੀ, ਕਹਿ ਕੇ ਮੈਂ ਰਸੋਈ 'ਚ ਚਲੀ ਗਈ। ਸੋਚਦੀ ਰਹੀ, ਪਤਾ ਨਹੀਂ ਇਹਨੇ ਕਿੱਥੇ ਦੀ ਦਵਾਈ ਖਾ ਕੇ ਕਿੱਥੇ ਕਿਹੜੇ ਬਿਸਤਰੇ 'ਤੇ ਮਰਨਾ ਹੈ। ਚੰਡੀਗੜ੍ਹ ਕੀ ਬਣਨਾ ਹੈ?
ਚਲੋ ਕੀ ਹਰਜ਼ ਹੈ। ਸ਼ਾਮ ਨੂੰ ਸੱਤੀ ਦਿਨ ਭਰ ਘੁੰਮ ਕੇ ਆਇਆ ਤਾਂ ਉਹਦਾ ਦਿਲ ਟਿਕਦਾ ਨਹੀਂ ਸੀ। ਉਹ ਮੈਨੂੰ ਸੈਂਤ ਨਾਲ ਚੁਬਾਰੇ 'ਚ ਲੈ ਗਿਆ। ਹੇਰ ਫੇਰ ਪਾ ਕੇ ਗੱਲ ਕਰਨ ਲੱਗਾ। ਮੈਂ ਸਮਝ ਗਈ ਉਹਦਾ ਦਿਲ ਪੀਣ ਨੂੰ ਕਰਦਾ ਸੀ, ਪਰ ਵੀਰ ਜੀ ਦਾ ਡਰ ਸੀ। ਮੈਂ ਉਹਨੂੰ ਉੱਥੇ ਹੀ ਸਭ ਕੁਝ ਫੜਾ ਆਈ। ਆਨੰਦ ਸਾਹਿਬ ਸਾਬੂਦਾਣਾ ਲੈਣ ਮਾਰਕੀਟ ਤੱਕ ਗਏ ਤਾਂ ਸੱਤੀ ਝੱਟ ਦੇਣੀ ਹੇਠਾਂ ਉਤਰ ਆਇਆ। ਰਸੋਈ 'ਚ ਮੇਰੇ ਪਿਛਾਂਹ ਖੜਾ ਹੋ ਗਿਆ। ਉਹਦਾ ਸਾਹ ਬਹੁਤ ਤੇਜ਼ ਚੱਲ ਰਿਹਾ ਸੀ। ਮੈਂ ਮੁੜ ਕੇ ਦੇਖਿਆ, ਉਹਦੀਆਂ ਅੱਖਾਂ ਸੁਰਖ ਸਨ ਤੇ ਮੱਥਾ ਚਮਕਦਾ ਸੀ। ਉਹਨੇ ਅੰਗਰੇਜ਼ੀ 'ਚ ਕਿਹਾ, ਪਲੀਜ਼ ਕਿਸ ਮੀ। ਮੈਂ ਉਹਦੇ ਮੱਥੇ ਤੇ ਵਾਲ ਹਟਾਏ ਤੇ ਜੱਫੀ ਵਿੱਚ ਲੈ ਕੇ ਚੁੰਮ ਲਿਆ ਤੇ ਕੁਝ ਚਿਰ ਉਹਨੂੰ ਉਸੇ ਤਰ੍ਹਾਂ ਹੀ ਸੀਨੇ ਨਾਲ ਲਾਈ ਖੜੀ ਰਹੀ। ਤਦੇ ਮੈਨੂੰ ਮਹਿਸੂਸ ਹੋਇਆ ਕਿ ਇੱਥੋਂ ਪਾਪ ਸ਼ੁਰੂ ਹੁੰਦਾ ਹੈ, ਜਦੋਂ ਮਨੁੱਖ ਆਪਣੇ ਸਵਾਰਥ ਵਾਸਤੇ ਕੁਝ ਕਰਦਾ ਹੈ। ਮੈਂ ਇੱਕਦਮ ਪਿਛਾਂਹ ਹਟ ਗਈ, ਪਰ ਉਹ ਨਾਲੋਂ ਟੁੱਟ ਨਹੀਂ ਸੀ ਰਿਹਾ। ਮੈਂ ਉਹਨੂੰ ਸਮਝਾਇਆ, ਆਨੰਦ ਸਾਹਿਬ ਦਾ ਡਰ ਦਿੱਤਾ ਤੇ ਲਾਰਾ ਲਾਇਆ ਤਾਂ ਉਹ ਬਰਾਂਡੇ 'ਚ ਜਾ ਕੇ ਬਹਿ ਗਿਆ। ਇਸੇ ਗੱਲੋਂ ਮੈਂ ਸਫਾਈਆਂ ਤੇ ਭਾਂਡਿਆਂ ਵਾਸਤੇ ਲਾਈ ਕੁੜੀ ਹਟਾ ਦਿੱਤੀ ਸੀ। ਇਸੇ ਡਰੋਂ ਮੈਂ ਉਹਨੂੰ ਤਾਇਆ ਜੀ ਦੀ ਨਹੁੰ ਕੋਲ ਨਹੀਂ ਸੀ ਜਾਣ ਦਿੰਦੀ। ਖਾਣਾ ਖਾਣ ਬਾਅਦ ਆਨੰਦ ਸਾਹਿਬ ਸੈਰ ਕਰਨ ਗਏ ਤਾਂ ਸੱਤੀ ਫਿਰ ਬੱਚਿਆਂ ਵਾਂਗ ਜ਼ਿੱਦ ਕਰਨ ਲੱਗ ਪਿਆ। ਮੇਰੇ ਰੋਕਦਿਆਂ ਉਹਨੇ ਬੈੱਡਰੂਮ ਦੀ ਬੱਤੀ ਬੁਝਾ ਦਿੱਤੀ। ਹੋ ਸ਼ਾਂਤ ਹੋ ਕੇ ਅੰਗਲਾਉਣ ਲੱਗਿਆ ਤਾਂ ਮੈਨੂੰ ਲੱਗਿਆ ਮੇਰਾ ਮਰਨ ਵਾਲਾ ਬੱਚਾ ਮੇਰੇ ਨਾਲ ਪਿਆ ਹੈ। ਮੈਂ ਉਛਲਦੀ ਦੁੱਧ ਵਾਲੀ ਛਾਤੀ ਉਹਦੇ ਮੂੰਹ 'ਚ ਦਿੰਦੀ ਹਾਂ, ਪਰ ਉਹਦੇ 'ਚ ਚੁੰਘਣ ਦੀ ਸ਼ਕਤੀ ਨਹੀਂ। ਮੈਨੂੰ ਹੋਸ਼ ਆਈ ਤਾਂ ਮੈਂ ਸੱਤੀ ਨੂੰ ਉਸੇ ਤਰ੍ਹਾਂ ਲਈ ਪਈ ਸਾਂ, ਜਿਵੇਂ ਮਾਂ ਆਪਣੇ ਨਾਲ ਲਿੱਟੇ ਬੱਚੇ ਨੂੰ ਦੁੱਧ ਚੁੰਘਾਉਂਦੀ ਸੌਂ ਚੱਲੀ ਹੋਵੇ। ਤੇ ਫਿਰ ਬੱਚਾ ਵੀ। ਉੱਠ ਕੇ ਮੈਂ ਤੇਜ਼ੀ ਨਾਲ ਬਾਥਰੂਮ 'ਚ ਗਈ, ਬਰੱਸ਼ ਕੀਤਾ, ਕੁਰਲੀਆਂ ਕੀਤੀਆਂ। ਮੇਰੇ ਅੰਦਰ ਡਰ ਬੈਠ ਗਿਆ। ਪਹਿਲਾਂ ਮੈਂ ਆਪਣੇ ਬੁੱਲ ਬਚਾਉਣ ਲਈ ਮੂੰਹ 'ਤੇ ਕੱਪੜਾ ਰੱਖਦੀ ਸੀ, ਪਰ ਕੁਝ ਉਹਦੇ ਜ਼ੋਰ ਪਾਉਣ 'ਤੇ ਕੁਝ ਆਪਣੀ ਬੇਵਸੀ 'ਚ ਮੈਂ ਭੁੱਲ ਹੀ ਗਈ ਸੀ ਕਿ ਉਹ ਕੈਂਸਰ ਦਾ ਰੋਗੀ ਸੀ। ਦੁਪਹਿਰੇ ਮੈਂ ਕਾਲੀ ਨਾਲ ਡਾਕਟਰਪੁਰੀ ਕੋਲ ਗਈ। ਉਹਨਾਂ ਨੂੰ ਨਵੀਂ ਰੱਖੀ ਨੌਕਰਾਣੀ ਨਾਲ ਸੱਤੀ ਦੀ ਗੱਲ ਜੋੜ ਕੇ ਦੱਸੀ ਤਾਂ ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਨੋ ਇਨਫੈਕਸ਼ਨ। ਪਰ ਮੇਰਾ ਵਹਿਮ ਪੂਰਾ ਨਾ ਗਿਆ। ਚੰਡੀਗੜ੍ਹ ਸਾਡੇ ਕਈ ਰਿਸ਼ਤੇਦਾਰ ਨੇ, ਪਰ ਅਸੀਂ ਕਿਸੇ ਦੇ ਨਹੀਂ ਗਏ। ਰੋਗੀ ਨੂੰ ਲੈ ਕੇ ਜਾਣਾ ਕੀ ਚੰਗਾ ਲੱਗਦਾ। ਹਸਪਤਾਲ ਦੇ ਨੇੜੇ 15 ਸੈਕਟਰ 'ਚ ਕਮਰਾ ਰਸੋਈ ਲੈ ਕੇ ਰਹਿਣ ਲੱਗੀ।